ਵੈਲਕਮ ਇਨ ਦੀ ਕਲਾਸ। ਅੱਜ ਆਪਣਾ ਨੈਕਸਟ ਆਰਟੀਕਲ 5th ਚੈਪਟਰ ਦਾ ਪੈਰਲਲ ਪਲੇਟ ਕਪੈਸਿਟਰ। ਤਾਂ ਹੁਣ ਮੇਨਲੀ ਆਪਾਂ ਨੂੰ ਪਤਾ ਕਿ ਜੇ ਆਪਾਂ ਜ਼ਿਆਦਾ ਅਮਾਊਂਟ ਦੇ ਵਿੱਚ ਚਾਰਜ ਨੂੰ ਸਟੋਰ ਕਰਨਾ ਤਾਂ ਉਹ ਆਪਾਂ ਸਿਰਫ ਕਿੱਥੇ ਸਟੋਰ ਕਰ ਸਕਦੇ ਹਾਂ, ਕਪੈਸਿਟਰ ਦੇ ਵਿੱਚ। ਤਾਂ ਹੁਣ ਪੈਰਲਲ ਪਲੇਟ ਕਪੈਸਿਟਰ ਦੇ ਵਿੱਚ ਕੀ ਆਪਣੇ ਕੋਲ ਕੋਈ ਵੀ ਦੋ ਕੰਡਕਟਿੰਗ ਪਲੇਟਸ ਦਿੱਤੀਆਂ ਹੋਈਆਂ ਨੇ A ਐਂਡ B। ਦੋਨੋਂ ਪਲੇਟਸ ਨੂੰ ਆਪਾਂ ਕਿਵੇਂ ਅਰੇਂਜ ਕੀਤਾ ਹੋਇਆ ਇੱਕ ਦੂਜੇ ਦੇ ਪੈਰਲਲ, ਅਤੇ ਦੋਨੋਂ ਪਲੇਟਸ ਦੇ ਵਿੱਚ ਆਪਣੇ ਕੋਲ ਡਿਸਟੈਂਸ ਕਿੰਨੀ ਆ D, ਕਿ ਆਪਾਂ D ਡਿਸਟੈਂਸ ਦੇ ਨਾਲ ਦੋਨਾਂ ਨੂੰ ਇੱਕ ਦੂਜੇ ਤੋਂ ਦੂਰ ਕਰਕੇ ਰੱਖਿਆ ਹੋਇਆ। ਤੇ ਦੋਨੋਂ ਪਲੇਟਸ ਦਾ ਏਰੀਆ ਆਪਣੇ ਕੋਲ ਕਿੰਨਾ ਹੈ A। ਹੁਣ ਜੇ ਆਪਾਂ ਪੋਜ਼ੀਟਿਵ ਚਾਰਜ A ਪਲੇਟ ਨੂੰ ਦਿੱਤਾ ਹੈ ਤਾਂ ਉਹਦੇ ਤੋਂ ਆਪੋਜ਼ਿਟ ਨੇਚਰ ਦਾ ਚਾਰਜ B ਪਲੇਟ ਦੇ ਉੱਪਰ ਇੰਡਿਊਸ ਹੋ ਜਾਊਗਾ, ਜਿਵੇਂ ਆਪਾਂ ਫਸਟ ਕਨਸੈਪਟ 'ਚ ਕੀਤਾ ਸੀ ਨੈਕਸਟ। ਤਾਂ ਉਹਦੇ ਵਿੱਚ ਕੀ ਸੀਗਾ, ਜਿਹੜਾ ਆਪਾਂ ਪਿਛਲਾ ਕਨਸੈਪਟ ਕਰਕੇ ਆਉਂਦਾ ਸੀਗਾ ਕਿ ਜੇ A ਪਲੇਟ ਨੂੰ ਆਪਾਂ ਪੋਜ਼ੀਟਿਵ ਚਾਰਜ ਦਿੰਦੇ ਆ ਤਾਂ B ਪਲੇਟ ਦਾ ਇੱਕ ਐਂਡ ਜਿਹੜਾ A ਪਲੇਟ ਦੇ ਨੇੜੇ ਸੀ ਉਹਦੇ ਉੱਪਰ ਨੈਗੇਟਿਵ ਚਾਰਜ ਇੰਡਿਊਸ ਹੋ ਜਾਂਦਾ ਸੀ। ਉਸੇ ਮੈਥਡ ਦੇ ਨਾਲ ਆਪਣੇ ਕੋਲ ਲਿਖਿਆ B ਪਲੇਟ ਦੀ ਲੈਫਟ ਸਾਈਡ ਦੇ ਉੱਪਰ ਕਿਹੜਾ ਚਾਰਜ ਆ ਜਾਊਗਾ, -Q। ਅਤੇ B ਪਲੇਟ ਦੀ ਰਾਈਟ ਸਾਈਡ ਆਪਾਂ ਕੀ ਕਰਾਂਗੇ, ਅਰਥਿੰਗ ਦੇ ਨਾਲ ਅਰਥਿੰਗ ਕਰ ਦੇਵਾਂਗੇ ਆਪਾਂ, ਤਾਂ ਉਹ ਸਾਰਾ ਚਾਰਜ ਕਿੱਥੇ ਚਲ ਜਾਊਗਾ, ਅਰਥ ਦੇ ਸਰਫੇਸ ਦੇ ਅੰਦਰ। ਤਾਂ ਹੁਣ ਇਹਦੇ ਵਿੱਚ ਆਪਣੇ ਕੋਲ ਕੀ ਦੇਖੋ ਕਿ A ਪਲੇਟ ਨੂੰ ਆਪਾਂ ਚਾਰਜ +Q ਦਿੱਤਾ ਤਾਂ -Q ਚਾਰਜ ਕਿੱਥੇ ਆ, B ਪਲੇਟ ਦੀ ਲੈਫਟ ਸਾਈਡ ਦੇ ਉੱਪਰ ਇੰਡਿਊਸ ਹੋ ਜਾਊਗਾ ਅਤੇ ਰਾਈਟ ਸਪੇਸ ਦੇ ਉੱਪਰ ਕਿਹੜਾ ਚਾਰਜ ਆ ਜਾਊਗਾ, +Q। ਅਤੇ ਜਦੋਂ B ਪਲੇਟ ਨੂੰ ਆਪਾਂ ਅਰਥ ਕੀਤਾ ਤਾਂ ਰਾਈਟ ਫੇਸ ਦੇ ਉੱਪਰ ਜਿੰਨਾ ਵੀ ਚਾਰਜ ਸੀ ਉਹ ਸਾਰਾ ਅਰਥ ਦੇ ਅੰਦਰ ਫਲੋ ਕਰ ਜਾਊਗਾ। ਹੁਣ A ਪਲੇਟ ਦੇ ਉੱਪਰ ਚਾਰਜ ਕਿਹੜਾ ਹੈ, +Q, ਅਤੇ B ਦੇ ਉੱਪਰ ਕਿਹੜਾ ਚਾਰਜ ਪਿਆ ਹੈ, -Q। ਤਾਂ ਦੋਨੋਂ ਪਲੇਟਸ ਦੇ ਵਿਚਕਾਰ ਕੀ ਆ, ਇਲੈਕਟ੍ਰਿਕ ਫੀਲਡ ਨੇ ਸੈਟਅਪ ਕਰਨਾ ਸ਼ੁਰੂ ਕਰ ਦੇਣਾ, ਮੀਨਸ ਗਰੋ ਕਰਨ ਲੱਗ ਜੂਗੀ। ਤਾਂ ਇਲੈਕਟ੍ਰਿਕ ਫੀਲਡ ਦੋਨੋਂ ਪਲੇਟਸ ਦੇ ਵਿੱਚ ਆਪਣੇ ਕੋਲ ਪੋਟੈਂਸ਼ੀਅਲ ਦੇ ਨਾਲ ਕੀ ਰਿਲੇਸ਼ਨ ਹੁੰਦਾ, E = dV/dr। ਇਹ ਆਪਣੇ ਕੋਲ ਕੀ ਹੋ ਜੂਗੀ, ਇਲੈਕਟ੍ਰਿਕ ਫੀਲਡ ਜਿਹੜੀ ਦੋਨੋਂ ਪਲੇਟਸ ਦੇ ਅੰਦਰ ਗਰੋ ਕਰ ਰਹੀ ਸੀਗੀ, dr ਕਿੰਨੀ ਡਿਸਟੈਂਸ ਆਪਾਂ ਰੱਖੀ ਹੋਈ ਆ, ਅਤੇ dV ਕਿੰਨਾ ਪੋਟੈਂਸ਼ੀਅਲ ਸੀਗਾ। ਤਾਂ ਹੁਣ ਜੇ ਦੋਨੋਂ ਪੈਰਲਲ ਪਲੇਟਸ ਦੇ ਵਿੱਚ ਆਪਣੇ ਕੋਲ ਇਲੈਕਟ੍ਰਿਕ ਫੀਲਡ ਦੀ ਵੈਲਿਊ ਯੂਨੀਫਾਰਮ ਆ ਅਤੇ ਇੱਕ ਦੂਜੇ ਦੇ ਪਰਪੈਂਡੀਕੂਲਰ ਹੈਗੀ ਨੇ ਆ, ਇਲੈਕਟ੍ਰਿਕ ਫੀਲਡ ਨੇ ਪਰਪੈਂਡੀਕੂਲਰਲੀ ਐਕਟ ਕਰਨਾ ਸ਼ੁਰੂ ਕੀਤਾ, ਤਾਂ ਆਪਣੇ ਕੋਲ ਇਲੈਕਟ੍ਰਿਕ ਫੀਲਡ ਅਤੇ ਪੋਟੈਂਸ਼ੀਅਲ ਡਿਫਰੈਂਸ ਨੂੰ ਆਪਾਂ ਕਿਵੇਂ ਸ਼ੋਅ ਕਰ ਸਕਦੇ ਹਾਂ, E = V/d। ਕਿਉਂਕਿ ਆਪਣੇ ਕੋਲ ਕੀ ਸੀਗਾ ਕਿ ਇਸ ਕੇਸ ਦੇ ਵਿੱਚ ਆਪਾਂ ਕਹਿ ਕੇ ਚੱਲੇ ਹਾਂ ਕਿ ਯੂਨੀਫਾਰਮ ਫੀਲਡ ਆ, ਕਿ ਜਿਹੜੀ ਇਲੈਕਟ੍ਰਿਕ ਫੀਲਡ ਆਪਾਂ ਦਿੱਤੀ ਸੀਗੀ ਉਹ ਸੇਮ ਆ। ਤਾਂ ਇਸੇ ਕਰਕੇ V ਆਪਣੇ ਕੋਲ ਕੀ ਹੋ ਜਾਊਗਾ, ਪੋਟੈਂਸ਼ੀਅਲ ਡਿਫਰੈਂਸ। ਤਾਂ ਇੱਥੋਂ V ਦੀ ਵੈਲਿਊ ਕਿੰਨੀ ਹੋ ਜਾਊਗੀ, E/d। ਹੁਣ ਆਪਣੇ ਕੋਲ ਕੀ ਪਲੇਟਸ ਨੇ, ਜੇ ਉਹਨਾਂ ਦੇ ਉੱਪਰ ਆਪਾਂ ਚਾਰਜ ਨੂੰ ਡਿਸਟਰੀਬਿਊਟ ਕੀਤਾ ਹੋਇਆ ਤਾਂ ਇਸ ਤਰ੍ਹਾਂ ਸਿਗਮਾ ਆਪਣੇ ਕੋਲ ਕੀ ਆ ਜਾਊਗੀ, ਉਹਨਾਂ ਦੀ ਸਰਫੇਸ ਚਾਰਜ ਡੈਂਸਿਟੀ। ਕਿਉਂਕਿ ਸਰਫੇਸ ਦੇ ਉੱਪਰ ਆਪਾਂ ਕਿੰਨਾ ਚਾਰਜ ਡਿਸਟਰੀਬਿਊਟ ਕੀਤਾ ਉਹਨਾਂ ਦੇ ਕੋਰਸਪੋਂਡਿੰਗ ਆਪਣੇ ਕੋਲ ਸਰਫੇਸ ਚਾਰਜ ਡੈਂਸਿਟੀ ਹੁੰਦੀ ਆ ਸਿਗਮਾ। ਅਤੇ ਇਹ ਡਿਪੈਂਡ ਕਰਦਾ ਆਪਣੇ ਕੋਲ ਕਿਵੇਂ ਦਾ ਸਰਫੇਸ ਦਿੱਤਾ ਹੋਇਆ, ਲੀਨੀਅਰ ਚਾਰਜ ਡਿਸਟਰੀਬਿਊਸ਼ਨ ਦਿੱਤੀ ਹੈ ਜਾਂ ਆਪਾਂ ਕਿਸੇ ਏਰੀਆ ਦੇ ਉੱਪਰ ਡਿਸਟਰੀਬਿਊਟ ਕੀਤਾ ਚਾਰਜ ਜਾਂ ਕਿਸੇ ਵੋਲੀਅਮ ਦੇ ਉੱਪਰ ਚਾਰਜ ਨੂੰ ਡਿਸਟਰੀਬਿਊਟ ਕੀਤਾ ਹੋਇਆ। ਤਾਂ ਇਸ ਕੇਸ ਦੇ ਵਿੱਚ ਇਲੈਕਟ੍ਰਿਕ ਫੀਲਡ ਦੀ ਵੈਲਿਊ ਕਿੰਨੀ ਹੋ ਜਾਂਦੀ ਹੈ, σ/ε0। ਫਿਰ ਆਪਣੇ ਕੋਲ ਸਿਗਮਾ ਕੀ ਸੀਗਾ, ਸਰਫੇਸ ਚਾਰਜ ਡੈਂਸਿਟੀ, ਅਤੇ ε0 ਆਪਣੇ ਕੋਲ ਕੀ ਹੈ, ਐਬਸੋਲਿਊਟ ਪਰਮਿਟਿਵਿਟੀ ਆਫ ਦੀ ਫ੍ਰੀ ਸਪੇਸ। ਹੁਣ ਵੈਲਿਊਜ਼ ਨੂੰ ਪੁੱਟ ਕਰੋ। ਹੁਣ ਇੱਥੇ ਆਪਣੇ ਕੋਲ ਕੀ ਸੀ, V = E/d, ਬਟ E ਦੀ ਵੈਲਿਊ ਕਿਹਦੇ ਇਕੁਅਲ ਸੀਗੀ, σ/ε0 d। ਹੁਣ ਨੈਕਸਟ ਆਪਣੇ ਕੋਲ ਕੀ ਆ ਕਿ ਜੇ ਹਰੇਕ ਪਲੇਟ ਦਾ ਏਰੀਆ ਆਪਣੇ ਕੋਲ A ਦਿੱਤਾ ਤਾਂ ਸਰਫੇਸ ਚਾਰਜ ਡੈਂਸਿਟੀ ਕਿਹਦੇ ਇਕੁਅਲ ਹੁੰਦੀ ਆ, ਚਾਰਜ ਪਰ ਯੂਨਿਟ ਏਰੀਆ, ਮਤਲਬ Q/A। ਤਾਂ B ਕਿਹਦੇ ਇਕੁਅਲ ਹੋ ਜਾਊਗਾ, ਹੁਣ ਇਹ ਵੈਲਿਊਜ਼ ਨੂੰ ਜਦੋਂ ਪੁੱਟ ਕਰਾਂਗੇ Q/A × ε0, ਅਤੇ D ਮਲਟੀਪਲੀਕੇਸ਼ਨ ਦੇ ਵਿੱਚ ਸੀਗਾ ਤਾਂ ਨਾਲ D। ਤਾਂ ਇਸ ਤਰ੍ਹਾਂ ਆਪਣੇ ਕੋਲ ਕੀ ਆ, V ਦੀ ਵੈਲਿਊ ਆ ਗਈ। ਹੁਣ ਆਪਣੇ ਕੋਲ ਰਿਲੇਸ਼ਨ ਕੀ ਬਣ ਜੂਗਾ, V ਦੀ ਵੈਲਿਊ ਵੀ ਆਪਾਂ ਫਾਈਂਡ ਕਰ ਚੁੱਕੇ ਹਾਂ, ਚਾਰਜ Q ਆਪਾਂ ਨੂੰ ਪਤਾ ਸੀਗਾ ਕਿ ਕਿੰਨਾ ਡਿਸਟਰੀਬਿਊਟ ਕੀਤਾ ਹੋਇਆ। ਤਾਂ ਕਪੈਸਿਟੈਂਸ ਇਸ ਕੇਸ ਦੇ ਵਿੱਚ ਕਿੰਨੀ ਆਊਗੀ, C = Q/V, ਕਿ C ਆਪਣੇ ਕੋਲ ਸੀਗਾ Q/V, ਤਾਂ V ਦੀ ਵੈਲਿਊ ਪੁੱਟ ਕਰ ਦਿਓ, Qd/ε0 × A। Q ਦੇ ਨਾਲ Q ਕੱਟ ਹੋ ਜਾਊਗਾ, ε0 ਡਿਨੋਮੀਨੇਟਰ ਸੀਗਾ ਤਾਂ ਉੱਪਰ ਰੈਸੀਪ੍ਰੋਕਲ ਹੋ ਕੇ ਨਿਊਮੀਨੇਟਰ ਚਲ ਜੂ, ਤਾਂ ਵੈਲਿਊ ਕਿੰਨੀ ਹੋ ਗਈ, ε0 A/d। ਤਾਂ ਇਹ ਆਪਣੇ ਕੋਲ ਕੀ ਹੋ ਜੂਗੀ, ਪੈਰਲਲ ਪਲੇਟ ਦੀ ਕਪੈਸਿਟੈਂਸ ਦੀ ਵੈਲਿਊ। ਨੈਕਸਟ ਹੈ ਕਿ ਜੇ ਆਪਾਂ ਜਿਹੜਾ ਦੋਨੋਂ ਪਲੇਟਸ ਦੇ ਵਿਚਕਾਰ ਸਪੇਸ ਸੀ ਉੱਥੇ ਆਪਾਂ ਡਾਈ ਇਲੈਕਟ੍ਰਿਕ ਮੀਡੀਅਮ ਰੱਖ ਰਹੇ ਆ ਜਿਹਦਾ ਡਾਈ ਇਲੈਕਟ੍ਰਿਕ ਕੌਨਸਟੈਂਟ K ਆ, ਤਾਂ ਇਲੈਕਟ੍ਰਿਕ ਫੀਲਡ ਦੋਨੋਂ ਪਲੇਟਸ ਦੇ ਵਿੱਚ ਕਿਵੇਂ ਆਊਗੀ, E = σ/ε0 × K। ਇਹਦੇ ਵਿੱਚ ਆਪਣੇ ਕੋਲ K ਦੀ ਵੈਲਿਊ ਨਹੀਂ ਸੀਗੀ ਕਿਉਂਕਿ ਆਪਾਂ ਡਾਈ ਇਲੈਕਟ੍ਰਿਕ ਨੂੰ ਪਲੇਸ ਨਹੀਂ ਸੀ ਕੀਤਾ, ਬਟ ਜਦੋਂ ਆਪਾਂ ਡਾਈ ਇਲੈਕਟ੍ਰਿਕ ਪਲੇਸ ਕਰਤਾ ਤਾਂ ਵੈਲਿਊ ਕਿੰਨੀ ਹੋ ਜੂਗੀ, σ/ε0 × K। ਬਟ ਸਿਗਮਾ ਕਿਹਦੇ ਇਕੁਅਲ ਸੀਗਾ, Q/A, ਤਾਂ ਵੈਲਿਊਜ਼ ਪੁੱਟ ਕੀਤੀਆਂ। ਫਿਰ ਨੈਕਸਟ V ਕਿਹਦੇ ਇਕੁਅਲ ਆ, ਪੋਟੈਂਸ਼ੀਅਲ ਡਿਫਰੈਂਸ E/d। ਤਾਂ ਫਿਰ ਆਪਣੇ ਕੋਲ V ਦੀ ਵੈਲਿਊ ਕਿੰਨੀ ਹੋ ਗਈ, ਪੁੱਟ ਕਰਨ ਤੋਂ ਬਾਅਦ E ਦੀ ਵੈਲਿਊ Qd/ε0 Ka। ਫਿਰ ਨੈਕਸਟ ਕਪੈਸਿਟੈਂਸ ਕਿਹਦੇ ਇਕੁਅਲ ਹੁੰਦੀ ਹੈ, C = Q/V। ਫਿਰ V ਦੀ ਵੈਲਿਊ ਪੁੱਟ ਕਰੋ, Q ਨਾਲ Q ਕੱਟ, ਤਾਂ ਰਿਲੇਸ਼ਨ ਕੀ ਹੋ ਗਿਆ, ε0 Ka/d।
ਹੁਣ ਉਸ ਤੋਂ ਬਾਅਦ ਨੈਕਸਟ ਆਰਟੀਕਲ ਹੈ ਕਪੈਸਿਟੈਂਸ ਆਫ ਅ ਪੈਰਲਲ ਪਲੇਟ ਕਪੈਸਿਟਰ ਵੈਨ ਅ ਡਾਈ ਇਲੈਕਟ੍ਰਿਕ ਸਲੈਬ ਪਾਰਸ਼ੀਅਲੀ ਫਿਲਸ ਦੀ ਸਪੇਸ ਬਿਟਵੀਨ ਪਲੇਟਸ। ਕਿ ਜੇ ਆਪਣੇ ਕੋਲ ਦੋ ਪਲੇਟਸ ਦਿੱਤੀਆਂ ਹੋਈਆਂ ਨੇ, ਉਹਨਾਂ ਦੇ ਅੰਦਰ ਆਪਾਂ ਇੱਕ ਡਾਈ ਇਲੈਕਟ੍ਰਿਕ ਨੂੰ ਪਲੇਸ ਕੀਤਾ ਤੇ ਉਹ ਡਾਈ ਇਲੈਕਟ੍ਰਿਕ ਕਿਵੇਂ ਆ ਪਾਰਸ਼ੀਅਲੀ ਫਿਲ ਕਰਦਾ, ਪੂਰੀ ਤਰ੍ਹਾਂ ਫਿਲ ਨਹੀਂ ਕਰ ਰਿਹਾ ਦੋਨੋਂ ਮੈਟਲ ਪਲੇਟਸ ਨੂੰ। ਫਿਰ ਆਪਣੇ ਕੋਲ ਸੇਮ ਕਨਸੈਪਟ ਲੱਗੂਗਾ ਕਿ ਇੱਕ ਮੈਟਲ ਪਲੇਟ ਨੂੰ ਜਦੋਂ ਆਪਾਂ ਪੋਜ਼ਿਟਿਵ ਚਾਰਜ ਦੇਣਾ ਸ਼ੁਰੂ ਕੀਤਾ ਤਾਂ ਬੀ ਦੇ ਉੱਪਰ ਕੀ ਹੋ ਜਾਊਗਾ, ਨੈਗੇਟਿਵ ਚਾਰਜ ਨੇ ਇੰਡਿਊਸ ਹੋ ਜਾਣਾ। ਬਟ ਜਦੋਂ ਆਪਾਂ ਡਾਈ ਇਲੈਕਟ੍ਰਿਕ ਨੂੰ ਪਲੇਸ ਕੀਤਾ ਉਹਦੇ ਅੰਦਰ ਤਾਂ ਪੋਲਰਾਈਜੇਸ਼ਨ ਨੇ ਹੋਣਾ ਸ਼ੁਰੂ ਕਰ ਦੇਣਾ। ਤਾਂ ਜਦੋਂ ਪੋਲਰਾਈਜੇਸ਼ਨ ਸ਼ੁਰੂ ਹੋ ਰਹੀ ਆ ਤਾਂ ਡਾਈ ਇਲੈਕਟ੍ਰਿਕ ਦਾ ਇੱਕ ਐਂਡ ਜਿਹੜਾ ਮੈਟਲ ਪਲੇਟ ਏ ਦੇ ਨੇੜੇ ਸੀ ਉਹਦੇ ਤੋਂ ਆਪੋਜ਼ਿਟ ਨੇਚਰ ਦਾ ਚਾਰਜ ਇਹਦੇ ਉੱਪਰ ਇੰਡਿਊਸ ਹੋ ਗਿਆ, ਤਾਂ ਉਹ ਕਿੰਨਾ ਹੋ ਜਾਊਗਾ, ਨੈਗੇਟਿਵ। ਤਾਂ ਬੀ ਦੇ ਨੇੜੇ ਕਿਹੜਾ ਐਂਡ ਹੋ ਗਿਆ ਆਪਣੇ ਕੋਲੇ, ਇਸ ਡਾਈ ਇਲੈਕਟ੍ਰਿਕ ਪਲੇਟ ਦਾ ਜਿਹੜਾ ਐਂਡ ਬੀ ਦੇ ਨੇੜੇ ਸੀ ਉਹਦੇ ਤੇ ਉੱਪਰ ਆ ਜਾਊਗਾ ਪੋਜ਼ਿਟਿਵ ਚਾਰਜ। ਤਾਂ ਹੁਣ ਆਪਣੇ ਕੋਲੇ ਕੀ ਹੈ, ਜਿਹੜੀ ਡਾਈ ਇਲੈਕਟ੍ਰਿਕ ਸਲੈਬ ਆਪਾਂ ਪਲੇਟਸ ਦੇ ਅੰਦਰ ਇੰਟਰੋਡਿਊਸ ਕੀਤੀ ਹੈ ਉਹਦੀ ਥਿਕਨੈਸ ਕਿੰਨੀ ਆ, ਟੀ। ਦੋਨੋਂ ਮੈਟਲ ਪਲੇਟਸ ਨੂੰ ਆਪਾਂ ਕਿੰਨੀ ਡਿਸਟੈਂਸ ਦੇ ਉੱਪਰ ਰੱਖਿਆ ਹੋਇਆ, ਡੀ ਦੇ ਉੱਪਰ। ਤਾਂ ਹੁਣ ਇਹਨਾਂ ਦੇ ਵਿੱਚ ਦੇਖੋ ਕਿ ਜੇ ਆਪਣੇ ਕੋਲੇ ਪੈਰਲਲ ਪਲੇਟ ਕਪੈਸਿਟਰ ਨੇ, ਹਰੇਕ ਪਲੇਟ ਦਾ ਏਰੀਆ ਕਿੰਨਾ ਆ ਰਿਹਾ ਹੈ ਏ, ਤੇ ਸੈਪਰੇਸ਼ਨ ਕਿੰਨੀ ਸੀਗੀ, ਟੀ। ਤਾਂ ਦੋਨੋਂ ਪਲੇਟਸ ਦੇ ਵਿੱਚ ਆਪਣੇ ਕੋਲ ਕੀ ਵੈਕਿਊਮ ਆ, ਤਾਂ ਕਪੈਸਿਟੈਂਸ ਕਿੰਨੀ ਹੋ ਜੂਗੀ, C0 = ε0 A/d। ਪਰ ਜਦੋਂ ਆਪਾਂ ਕਪੈਸਿਟਰ ਨੂੰ ਇੱਕ ਬੈਟਰੀ ਦੇ ਨਾਲ ਕਨੈਕਟ ਕਰਨਾ ਸ਼ੁਰੂ ਕਰਦੇ ਹਾਂ ਤਾਂ ਇਲੈਕਟ੍ਰਿਕ ਫੀਲਡ ਜਿਹਦੀ ਸਟਰੈਂਥ E0 ਆ ਉਹਨੇ ਗਰੋ ਕਰਨਾ ਸ਼ੁਰੂ ਕਰ ਦੇਣਾ ਕਪੈਸਿਟਰ ਦੀਆਂ ਦੋਨੋਂ ਪਲੇਟਸ ਦੇ ਅੰਦਰ। ਤਾਂ ਹੁਣ ਨੈਕਸਟ ਆਪਣੇ ਕੋਲ ਕੀ ਆ ਕਿ ਜਿਹੜਾ ਆਪਣੇ ਕੋਲ ਡਾਈ ਇਲੈਕਟ੍ਰਿਕ ਸਲੈਬ ਸੀ ਉਹਦੀ ਥਿਕਨੈਸ ਤਾਂ ਆਪਾਂ ਨੂੰ ਪਤਾ ਹੈ ਕਿੰਨੀ ਆ, ਟੀ ਆ, ਜਿਹਨੂੰ ਆਪਾਂ ਦੋਨੋਂ ਮੈਟਲ ਪਲੇਟਸ ਦੇ ਅੰਦਰ ਇੰਟਰੋਡਿਊਸ ਕੀਤਾ ਹੋਇਆ। ਤਾਂ ਨੈਕਸਟ ਹੁਣ ਆਪਣੇ ਕੋਲ ਕੀ ਆ ਕਿ ਪਲੇਟਸ ਦੀਆਂ ਜਿਹੜੀ ਕਪੈਸਿਟਰ ਦੀਆਂ ਦੋਨੋਂ ਪਲੇਟਸ ਨੇ, ਟੀ ਡਿਸਟੈਂਸ ਹੈਗੇ ਥਿਕਨੈਸ ਆ, ਜਾਂ ਆਪਾਂ ਡਿਸਟੈਂਸ ਲੈ ਕੇ ਚੱਲ ਰਹੇ ਹਾਂ ਤਾਂ ਉੱਥੇ ਇਲੈਕਟ੍ਰਿਕ ਫੀਲਡ ਈ ਨੇ ਗਰੋ ਕਰਨਾ ਸ਼ੁਰੂ ਕੀਤਾ, ਕਿੱਥੇ, ਜਿਹੜੀ ਆਪਣੇ ਕੋਲ ਆਹ ਵਾਲੀ ਡਿਸਟੈਂਸ ਬਾਕੀ ਬਚ ਰਹੀ ਸੀ। ਹੁਣ ਟੋਟਲ ਡਿਸਟੈਂਸ ਟੀ ਆ, ਪਲੇਟਸ ਦੇ ਵਿਚਕਾਰ ਡਿਸਟੈਂਸ ਕਿੰਨੀ ਸੀ, ਡੀ। ਆਪਾਂ ਆ ਖਾਲੀ ਡਿਸਟੈਂਸ ਦੇਖਣੀ ਕਿੰਨੀ ਆ, ਤਾਂ ਉਹ ਮਾਈਨਸ ਕਰਕੇ ਹੀ ਆਪਣੇ ਕੋਲੇ ਆਊਗੀ, ਤਾਂ ਉਹ ਕਿੰਨੀ ਹੋ ਜੂਗੀ, ਡੀ - ਟੀ। ਤਾਂ ਉਸ ਡਿਸਟੈਂਸ ਡੀ - ਟੀ ਦੇ ਉੱਪਰ ਆਪਣੇ ਕੋਲੇ ਇਲੈਕਟ੍ਰਿਕ ਫੀਲਡ ਦੀ ਵੈਲਿਊ ਕਿੰਨੀ ਹੋ ਜੂਗੀ, E0। ਤਾਂ V ਆਪਣੇ ਕੋਲੇ ਕੀ ਸੀਗਾ, ਪੋਟੈਂਸ਼ੀਅਲ ਡਿਫਰੈਂਸ ਦੋਨੋਂ ਪਲੇਟਸ ਦੇ ਵਿਚਕਾਰ। ਤਾਂ ਟੋਟਲ ਪੋਟੈਂਸ਼ੀਅਲ ਡਿਫਰੈਂਸ ਕਿੰਨਾ ਹੋ ਜੂਗਾ, E × T, ਕਿ ਜਿਹੜਾ ਆਪਣੇ ਕੋਲੇ ਡਾਈ ਇਲੈਕਟ੍ਰਿਕ ਦੇ ਅੰਦਰ ਇਲੈਕਟ੍ਰਿਕ ਫੀਲਡ E ਆ ਰਹੀ ਸੀ ਤਾਂ ਉਹ T ਦੇ ਨਾਲ ਆਪਣੇ ਕੋਲੇ ਥਿਕਨੈਸ ਦੇ ਉੱਪਰ ਬਣ ਰਹੀ ਆ। ਆਪਣੇ ਕੋਲੇ ਪੋਟੈਂਸ਼ੀਅਲ ਦਾ ਫਾਰਮੂਲਾ ਕੀ ਹੁੰਦਾ, V = E × D। ਤਾਂ D ਦੀ ਜਗ੍ਹਾ ਤੇ ਆਪਣੇ ਕੋਲੇ T ਸੀ ਤਾਂ ਆਪਾਂ T ਲਿਖਾਂਗੇ, ਤੇ ਜਿਹੜੀ ਡਿਸਟੈਂਸ ਬਾਕੀ ਬਚ ਗਈ ਪਿੱਛੇ, ਉੱਥੇ ਆਪਣੇ ਕੋਲੇ ਇਲੈਕਟ੍ਰਿਕ ਫੀਲਡ ਦੀ ਵੈਲਿਊ ਕਿੰਨੀ ਆ, E0। ਡਿਸਟੈਂਸ ਕਿੰਨੀ ਹੋ ਜੂਗੀ, D - T। ਸਾਰੀ ਡਿਸਟੈਂਸ ਦੇ ਵਿੱਚੋਂ ਆਪਾਂ ਡਾਈ ਇਲੈਕਟ੍ਰਿਕ ਦੀ ਥਿਕਨੈਸ ਨੂੰ ਮਾਈਨਸ ਕਰ ਦੇਣਾ। ਨੈਕਸਟ ਹੁਣ ਆਪਣੇ ਕੋਲੇ ਕੀ ਹੈ, ਡਾਈ ਇਲੈਕਟ੍ਰਿਕ ਕੌਨਸਟੈਂਟ ਕਿਹਦੇ ਇਕੁਅਲ ਹੁੰਦਾ ਹੈ, E0/E, ਕਿ ਜਿੰਨੀ ਵੈਲਿਊ ਆਪਾਂ ਇਲੈਕਟ੍ਰਿਕ ਫੀਲਡ ਦੀ ਅਪਲਾਈ ਕੀਤੀ ਹੋਈ ਸੀਗੀ ਅਪੋਨ ਰਿਡਿਊਸਡ ਵੈਲਿਊ ਆਫ ਇਲੈਕਟ੍ਰਿਕ ਫੀਲਡ। ਤਾਂ ਹੁਣ ਇੱਥੇ ਆਪਣੇ ਕੋਲੇ ਕੀ ਹੈ, E × T ਆ ਰਿਹਾ, ਤਾਂ ਆਪਾਂ E ਦੀ ਵੈਲਿਊ ਨੂੰ ਕੱਢ ਕੇ ਇਹਦੇ ਵਿੱਚ ਪੁੱਟ ਕਰਾਂਗੇ, ਤਾਂ ਉਹ ਕਿੰਨਾ ਹੋ ਜਾਊਗਾ, E0/K। ਹੁਣ ਆਹ ਸਾਰੀਆਂ ਵੈਲਿਊਜ਼ ਨੂੰ ਇਸ ਇਕੁਏਸ਼ਨ 'ਚ ਪੁੱਟ ਕਰੋ ਤਾਂ V ਕਿਹਦੇ ਇਕੁਅਲ ਹੋ ਗਿਆ, E0/K × T + E0 × D - T। ਹੁਣ ਇਸ ਦੇ ਵਿੱਚੋਂ ਕੀ ਆ, ਆਪਣੇ ਕੋਲੇ E0 ਕਾਮਨ ਆ ਰਿਹਾ, ਤਾਂ E0 ਕਾਮਨ ਕੱਢਣ ਤੋਂ ਬਾਅਦ ਇਕੁਏਸ਼ਨ ਕਿਹਦੇ ਵਿੱਚ ਰਿਡਿਊਸ ਹੋ ਜੂਗੀ, D - T + T/K। ਤਾਂ ਹੁਣ ਨੈਕਸਟ ਆਪਣੇ ਕੋਲੇ ਕੀ ਆ, ਬਟ E0 ਕਿਹਦੇ ਇਕੁਅਲ ਹੋ ਗਿਆ, σ/ε0, ਜਿਹੜੀ ਸਰਫੇਸ ਚਾਰਜ ਡੈਂਸਿਟੀ ਦੇ ਨਾਲ ਕੀ ਰਿਲੇਸ਼ਨ ਆ। ਬਟ ਸਿਗਮਾ ਕਿਹਦੇ ਇਕੁਅਲ ਹੁੰਦਾ, Q/A। ਤਾਂ ਸਾਰੀਆਂ ਵੈਲਿਊਜ਼ ਪੁੱਟ ਕੀਤੀਆਂ ਤਾਂ ਇਕੁਏਸ਼ਨ ਕੀ ਬਣ ਗਈ, Q/ε0 A × D - T + T/K। ਫਿਰ ਨੈਕਸਟ ਕਪੈਸਿਟੈਂਸ ਕਿਹਦੇ ਇਕੁਅਲ ਹੁੰਦੀ ਹੈ, Q/V। ਤਾਂ ਵੈਲਿਊਜ਼ ਪੁੱਟ ਕਰਕੇ ਰੀਅਰੇਂਜ ਕਰਕੇ ਆਪਾਂ ਰਿਲੇਸ਼ਨ ਕੱਢਾਂਗੇ। ਤੇ ਇੱਕ ਸਟੈਪ ਇਹਦੇ ਵਿੱਚ ਹੋਰ ਆਪਾਂ ਕੀ ਕਰ ਦਿੰਦੇ ਆ, ਕਾਮਨ ਕੱਢਣਾ ਆਪਾਂ ਇਹਦੇ ਵਿੱਚੋਂ T ਨੂੰ। ਤਾਂ T ਨੂੰ ਕਾਮਨ ਕੱਢ ਕੇ ਇਕੁਏਸ਼ਨ ਬਣ ਗਈ D - T × 1 - 1K। ਆਪਣੀ ਪਹਿਲਾਂ ਕੰਡੀਸ਼ਨ ਸੀਗੀ ਕਿ ਜਿਹੜਾ ਡਾਈ ਇਲੈਕਟ੍ਰਿਕ ਨੂੰ ਪਲੇਸ ਕੀਤਾ ਦੋਨੋਂ ਪਲੇਟਸ ਦੇ ਵਿਚਕਾਰ ਉਹ ਪਾਰਸ਼ਲੀ ਫਿਲ ਕਰਦੀ ਹੈ, ਪੂਰੀ ਤਰ੍ਹਾਂ ਫਿਲ ਨਹੀਂ ਕਰ ਰਹੀ। ਬਟ ਜੇ ਹੁਣ ਆਪਣੇ ਕੋਲ ਕੰਡੀਸ਼ਨ ਹੋਵੇ ਕਿ ਡਾਈ ਇਲੈਕਟ੍ਰਿਕ ਸਲੈਬ ਪੂਰੀ ਤਰ੍ਹਾਂ ਫਿਲ ਕਰ ਰਹੀ ਆ ਤਾਂ D ਤੇ T ਦੋਨੋਂ ਇੱਕ ਦੂਜੇ ਦੇ ਇਕੁਅਲ ਹੋ ਜਾਣਗੇ। ਤੇ ਜਦੋਂ D ਤੇ T ਨੂੰ ਆਪਾਂ ਇਕੁਅਲ ਪੁੱਟ ਕਰਾਂਗੇ ਤਾਂ ਆਪਣੇ ਕੋਲ ਕੀ ਇਕੁਏਸ਼ਨ ਬਣ ਜੂਗੀ, D - D - D/K। ਤਾਂ D ਦੇ ਨਾਲ D ਨੇ ਕੱਟ ਹੋ ਜਾਣਾ, ਤਾਂ ਇਕੁਏਸ਼ਨ ਕੀ ਬਣ ਜੂਗੀ, ε0, K ਡਿਨੋਮੀਨੇਟਰ 'ਚ ਸੀਗਾ ਤਾਂ ਉੱਪਰ ਚੱਲ ਜੂਗਾ KA/D। ਤਾਂ ਇਸ ਤਰ੍ਹਾਂ ਇਕੁਏਸ਼ਨ ਬਣ ਜੂਗੀ C = K C0। ਹੁਣ ਇਸੇ ਤਰ੍ਹਾਂ ਨੈਕਸਟ ਆ ਕਿ ਜਦੋਂ ਆਪਾਂ ਕੰਡਕਟਿੰਗ ਸਲੈਬ ਨੂੰ ਪਲੇਸ ਕਰਨਾ ਪੈਰਲਲ ਪਲੇਟਸ ਦੇ ਅੰਦਰ, ਤਾਂ ਜਦੋਂ ਕੰਡਕਟਿੰਗ ਸਲੈਬ ਨੂੰ ਆਪਾਂ ਪੈਰਲਲ ਪਲੇਟਸ ਦੇ ਅੰਦਰ ਪਲੇਸ ਕਰਦੇ ਹਾਂ ਤਾਂ ਆਪਣੇ ਕੋਲ ਸੇਮ ਕੰਸੈਪਟ ਪਹਿਲਾਂ ਲਗਾਉਣਾ ਕਿ ਪੋਜ਼ਿਟਿਵ ਚਾਰਜ ਦਿੱਤਾ ਹੋਇਆ ਤਾਂ B ਪਲੇਟ ਦੇ ਉੱਪਰ ਨੈਗੇਟਿਵ ਚਾਰਜ ਇੰਡਿਊਸ ਹੋ ਜਾਊਗਾ। ਕੰਡਕਟਿੰਗ ਸਲੈਬ ਪਾਉਣੀ ਆਪਾਂ ਜਦੋਂ ਉਹਦੇ ਅੰਦਰ ਫਿਲ ਕਰਨੀ ਆ ਤਾਂ ਫਿਰ ਜਿਹੜਾ ਇਹ ਕੰਡਕਟਿੰਗ ਸਲੈਬ ਦਾ ਇੱਕ ਐਂਡ ਪੋਜ਼ਿਟਿਵ ਪਲੇਟ ਦੇ ਨੇੜੇ ਹੋਊਗਾ ਤਾਂ ਨੈਗੇਟਿਵ ਚਾਰਜ ਇੰਡਿਊਸ ਹੋ ਜਾਊਗਾ, B ਦੇ ਨੇੜੇ ਸੀ ਤਾਂ ਪੋਜ਼ਿਟਿਵ ਚਾਰਜ। ਫਿਰ ਇਸ ਕੰਡਕਟਿੰਗ ਸਲੈਬ ਦੀ ਥਿਕਨੈਸ ਕਿੰਨੀ ਆ, T। ਪੈਰਲਲ ਪਲੇਟਸ ਦੇ ਵਿਚਕਾਰ ਡਿਸਟੈਂਸ ਕਿੰਨੀ ਆ ਰਹੀ ਆ, D। ਬਟ ਹੁਣ ਆਪਣੇ ਕੋਲੇ ਕੀ ਆ ਕਿ ਕੰਡਕਟਰ ਦੇ ਅੰਦਰ ਇਲੈਕਟ੍ਰਿਕ ਫੀਲਡ ਦੀ ਵੈਲਿਊ 0 ਹੁੰਦੀ ਆ,
ਤਾਂ ਇਸੇ ਕਰਕੇ ਇੱਥੇ ਵੈਲਿਊ ਹੋ ਜਾਊਗੀ ਆਪਣੇ ਕੋਲੇ E ਇਜ਼ ਇਕੁਅਲ ਟੂ 0। ਤਾਂ E ਨੋਟ ਆਪਣੇ ਕੋਲੇ ਕੀ ਸੀਗੀ, ਜਿਹੜੀ ਆ ਡਿਸਟੈਂਸ ਬਾਕੀ ਬਚ ਰਹੀ ਸੀ D ਮਾਈਨਸ T ਦੇ ਲਈ ਇਲੈਕਟ੍ਰਿਕ ਫੀਲਡ ਦੀ ਵੈਲਿਊ ਕਿੰਨੀ ਆ E ਨੋਟ। ਤਾਂ ਹੁਣ ਟੋਟਲ ਪੋਟੈਂਸ਼ੀਅਲ ਡਿਫਰੈਂਸ ਕਿੰਨਾ ਹੋ ਜਾਊਗਾ V ਇਜ਼ ਇਕੁਅਲ ਟੂ E ਨੋਟ ਇੰਟੂ D ਮਾਈਨਸ T। ਤਾਂ ਹੁਣ ਫਿਰ ਆਪਾਂ ਇੱਥੇ ਵੈਲਿਊਜ਼ ਪੁੱਟ ਕਰਾਂਗੇ ਕਿ ਵੈਲਿਊਜ਼ ਆਪਾਂ ਕਿਵੇਂ ਪੁੱਟ ਕਰਾਂਗੇ ਕਿ E ਨੋਟ ਕਿਹਦੇ ਇਕੁਅਲ ਹੋ ਗਿਆ ਫਿਰ Q ਅਪੋਨ ਐਪਸਾਈਲਨ ਨੋਟ ਇੰਟੂ A। ਤਾਂ ਇੱਥੇ ਵੀ ਆਪਣੇ ਕੋਲੇ ਕੀ ਆਊਗਾ Q, D ਨਹੀਂ ਆਉਣਾ, ਤਾਂ ਇੱਥੇ ਤੁਸੀਂ Q ਲਿਖੋਗੇ Q ਅਪੋਨ ਐਪਸਾਈਲਨ ਨੋਟ A ਇੰਟੂ D ਮਾਈਨਸ T। ਬਟ ਕਪੈਸਿਟੈਂਸ ਕਿਹਦੇ ਇਕੁਅਲ ਹੁੰਦੀ ਹੈ C ਇਜ਼ ਇਕੁਅਲ ਟੂ Q ਅਪੋਨ V। ਤਾਂ ਵੈਲਿਊਜ਼ ਪੁੱਟ ਕਰਕੇ ਰਿਲੇਸ਼ਨ ਕੀ ਬਣ ਗਿਆ ਐਪਸਾਈਲਨ ਨੋਟ A ਅਪੋਨ D ਮਾਈਨਸ T। ਹੁਣ ਫਿਰ ਇਸ ਸਟੈਪ ਦੇ ਵਿੱਚ D ਨੂੰ ਕਾਮਨ ਕੱਢ ਲਾਂਗੇ ਤਾਂ D ਬਾਹਰ ਚਲ ਗਿਆ 1 ਮਾਈਨਸ T ਅਪੋਨ D। ਤਾਂ ਹੁਣ ਆਪਣੇ ਕੋਲ ਇਸ ਇਕੁਏਸ਼ਨ 'ਚ ਕੀ ਸੀਗਾ C ਨੋਟ ਕਿਹਦੇ ਇਕੁਅਲ ਸੀ ਐਪਸਾਈਲਨ ਨੋਟ A ਅਪੋਨ D। ਤਾਂ ਇਕੁਏਸ਼ਨ 'ਚ ਪੁੱਟ ਕਰੋ ਤਾਂ ਵੈਲਿਊਜ਼ ਕਿੰਨੀ ਬਣ ਗਈ C ਨੋਟ ਅਪੋਨ 1 ਮਾਈਨਸ T ਅਪੋਨ D। ਫਿਰ ਨੈਕਸਟ ਆਪਣੇ ਕੋਲ ਕੀ ਆ ਕਿ ਜੇ ਆਪਣੇ ਕੋਲ D ਤੇ T ਇੱਕ ਦੂਜੇ ਦੇ ਇਕੁਅਲ ਹੋ ਗਏ, ਮਤਲਬ ਜਿਹੜੀ ਕੰਡਕਟਿੰਗ ਸਲੈਬ ਸੀਗੀ ਪੂਰੀ ਤਰ੍ਹਾਂ ਫਿਲ ਕਰ ਰਹੀ ਆ ਪੈਰਲਲ ਪਲੇਟਸ ਦੇ ਵਿਚਕਾਰ ਵਾਲੀ ਸਪੇਸ ਨੂੰ। ਤਾਂ D ਤੇ T ਨੂੰ ਜਦੋਂ ਆਪਾਂ ਪੁੱਟ ਕੀਤਾ 1 ਮਾਈਨਸ D ਅਪੋਨ D, D ਨਾਲ D ਕੱਟ 1 ਮਾਈਨਸ 1 0 ਦੇ ਇਕੁਅਲ। ਜਦੋਂ ਕਦੇ ਵੀ ਡਿਨੋਮੀਨੇਟਰ 'ਚ 0 ਆ ਜਾਏ ਤਾਂ ਉਹ ਕੇਸ ਆਪਣੇ ਕੋਲ ਕੀ ਹੁੰਦਾ ਨੋਟ ਡਿਫਾਈਨਡ, ਮਤਲਬ ਇਸ ਤਰ੍ਹਾਂ ਦਾ ਕਪੈਸਿਟਰ ਆ ਜਿਹੜਾ ਆਪਣੇ ਕੋਲ ਜਿਹਦੀ ਕਪੈਸਿਟੈਂਸ ਕੀ ਬਹੁਤ ਜ਼ਿਆਦਾ ਹੋ ਜੂਗੀ, ਉਹ ਇਨਫਿਨਿਟੀ ਹੋ ਜੂਗੀ। ਅੱਜ ਆਪਣਾ ਇਹ ਟੌਪਿਕ ਕੰਪਲੀਟ ਆ। ਥੈਂਕ ਯੂ।